ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ ਹੇਅਰ ਸਟਾਈਲ ਬਿਕਮਸ ਈਜ਼ੀਅਰ। ਸੋ ਜਿਵੇਂ ਤੁਸੀਂ ਥੰਬਨੇਲ ਤੇ ਦੇਖ ਹੀ ਰਹੇ ਹੋਵੋਗੇ, ਆਪਾਂ ਇਸ ਦੇ ਵਿੱਚ ਸਾਰੀ ਹੀ ਜਿਹੜੇ ਰਾਜਸਥਾਨ ਕੋਰਟ ਦੇ ਵਿੱਚ ਜੋ ਕਾਨੂੰਨ ਬਣਿਆ ਈਟੀਟੀ ਲਈ, ਹਿਮਾਚਲ ਕੋਰਟ ਦਾ ਜੋ ਆਰਡਰ ਆਇਆ, ਪਟਨਾ ਕੋਰਟ ਦਾ, ਕੇਰਲਾ ਦਾ, ਸਾਰੀ ਹੀ ਜਗ੍ਹਾ ਤੇ ਸਾਰੀ ਹੀ ਸਟੇਟ ਦੇ ਵਿੱਚ ਇਹੀ ਜੋ ਰੋਲਾ ਮੇਨ ਜਿਹੜਾ ਕੇਸ ਹੈ ਕਿ ਈਟੀਟੀ ਬੀਐਡ ਦਾ ਜੋ ਆਪਣੇ ਉਰੇ ਪੰਜਾਬ ਦੇ ਵਿੱਚ ਹੈ ਉਹੀ ਸਾਰਿਆਂ ਕਿਤੇ ਸੀ ਤੇ ਉਹਨਾਂ ਦੇ ਰਿਗਾਰਡਿੰਗ ਕੋਰਟ ਕੇਸਿਸ ਦੇ ਵਿੱਚ ਕੇਸ ਲੱਗੇ ਹੋਏ ਨੇ। ਈਵਨ ਸੁਪਰੀਮ ਕੋਰਟ ਦਾ ਵੀ ਇਸ ਦੇ ਰਿਗਾਰਡਿੰਗ ਡਿਸੀਜਨ ਆਇਆ ਹੋਇਆ ਇੱਕ ਕੇਸ ਦੇ ਵਿੱਚ। ਸਾਰਿਆਂ ਕਿਤੇ ਹੀ ਜੋ ਮਾਮਲਾ ਹੈ ਉਸਦੇ ਬਾਰੇ ਆਪਾਂ ਇੱਥੇ ਗੱਲ ਕਰਨ ਵਾਲੇ ਹਾਂ ਤੇ ਉਹਨਾਂ ਕੇਸਿਸ ਦਾ ਆਪਣੀ ਛਾਟ ਪੈਂਤੀ ਤੇ ਕੀ ਅਸਰ ਹੋ ਸਕਦਾ ਹੈ, ਆਪਣੇ ਛਾਟ ਪੈਂਤੀ ਤੇ ਜੋ ਕੋਰਟ ਕੇਸ ਲੱਗਿਆ ਹੋਇਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਇਹ ਸਾਰੇ ਕੋਰਟ ਕੇਸਿਸ ਨੇ ਜਾਂ ਇਹਨਾਂ ਦੇ ਵਿੱਚ ਆਏ ਹੋਏ ਜਿਹੜੇ ਡਿਸੀਜਨ ਨੇ ਉਹ ਡਾਕੂਮੈਂਟ ਇੱਕ ਪ੍ਰੂਫ ਦਾ ਜਿਹੜਾ ਕੰਮ ਕਰ ਸਕਦੇ ਨੇ ਜਾਂ ਬੰਦੇ ਨੇ। ਸੋ ਕਿਉਂਕਿ ਅਲੱਗ-ਅਲੱਗ ਸਟੇਟ ਦੇ ਵਿੱਚ ਜੋ ਆਰਡਰ ਆਏ ਹੁੰਦੇ ਨੇ ਉਹ ਕਿਤੇ ਨਾ ਕਿਤੇ ਜਿਹੜਾ ਉਹ ਡਾਕੂਮੈਂਟ ਦਾ ਕੰਮ ਕਰਦੇ ਨੇ, ਉਹਦੇ ਰੈਫਰੈਂਸ ਜਿਹੜੇ ਆਪਣੇ ਕੇਸ ਦੇ ਵਿੱਚ ਦਿੱਤੇ ਜਾਂਦੇ ਨੇ। ਸੋ ਉਹਨਾਂ ਦਾ ਆਪਣੀ ਛਾਟ ਪੈਂਤੀ ਤੇ ਕੀ ਅਸਰ ਹੋਣ ਵਾਲਾ ਹੈ, ਕੀ ਕਾਰਨ ਸੀਗਾ ਰਾਜਸਥਾਨ, ਹਿਮਾਚਲ, ਪਟਨਾ, ਕੇਰਲਾ ਜੋ ਵੀ ਡਿਸੀਜਨ ਆਏ ਉਹ ਡਿਸੀਜਨ ਇਦਾਂ ਦੇ ਕਿਉਂ ਆਏ ਤੇ ਉਹਨਾਂ ਦਾ ਛਾਟ ਪੈਂਤੀ ਤੇ ਕੀ ਅਸਰ ਹੋਏਗਾ। ਸੋ ਉਹਦੇ ਬਾਰੇ ਪੂਰਾ ਆਪਾਂ ਇਸ ਦੇ ਵਿੱਚ ਗੱਲ ਕਰਨ ਵਾਲੇ ਹਾਂ ਤੇ ਅੱਗੇ ਕੀ ਹੋ ਸਕਦਾ ਹੈ, ਐਨਸੀਟੀ ਇਸ ਦੇ ਵਿੱਚ ਕੀ ਰੋਲ ਹੈ, ਸੋ ਉਸਦੇ ਬਾਰੇ ਪੂਰੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸਭ ਤੋਂ ਪਹਿਲਾਂ ਹੀ ਮੈਂ ਬੋਲ ਰਹੀ ਹਾਂ ਕਿ ਵੀਡੀਓ ਨੂੰ ਸਭ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਕਾਫੀ ਯੂਜ਼ਫੁਲ ਔਰ ਇਨਫੋਰਮੇਸ਼ਨਲ ਵੀਡੀਓ ਜਿਹੜੀ ਤੁਹਾਡੇ ਲਈ ਹੋਣ ਵਾਲੀ ਹੈ ਤੇ ਉਹ ਇਨਫੋਰਮੇਸ਼ਨ ਸਭ ਤੱਕ ਪਹੁੰਚੇ ਤਾਂ ਉਨਾ ਹੀ ਜ਼ਿਆਦਾ ਬੈਟਰ ਹੈ। ਸਭ ਤੱਕ ਜ਼ਰੂਰੀ ਔਰ ਯੂਜ਼ਫੁਲ ਇਨਫੋਰਮੇਸ਼ਨ ਜਿਹੜੀ ਸਭ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਕੋਰਟ ਕੇਸਿਸ ਦੇ ਰਿਗਾਰਡਿੰਗ ਸਭ ਦੇ ਮਨ ਦੇ ਵਿੱਚ ਜੋ ਡਾਊਟਸ ਨੇ ਉਹ ਕਲੀਅਰ ਹੋ ਸਕਣ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਇਦਾਂ ਦੀ ਯੂਜ਼ਫੁਲ ਇਨਫੋਰਮੇਸ਼ਨ ਪਾਉਣ ਲਈ ਤੁਸੀਂ ਆਲ ਬਟਨ ਤੇ ਜ਼ਰੂਰ ਕਲਿੱਕ ਕਰੋ ਤਾਂ ਕਿ ਤੁਹਾਨੂੰ ਸਾਰੀ ਵੀਡੀਓਜ਼ ਦਾ ਨੋਟੀਫਿਕੇਸ਼ਨ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲਦਾ ਰਹੇ। ਇਸ ਤੋਂ ਇਲਾਵਾ ਆਪਣੇ ਟੈਲੀਗ੍ਰਾਮ ਚੈਨਲ ਹੈ ਜਿੱਥੇ ਤੁਹਾਨੂੰ ਸਾਰੀ ਪੀਡੀਐਫ ਵਗੈਰਾ ਸੈਂਡ ਕੀਤੀਆਂ ਜਾਂਦੀਆਂ ਨੇ, ਸੋ ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਉਸਨੂੰ ਜ਼ਰੂਰ ਜੁਆਇਨ ਕਰੋ। ਹਾਂਜੀ, ਹੁਣ ਗੱਲ ਕਰਦੇ ਆਪਣੀ ਮੇਨ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਰਾਜਸਥਾਨ ਕੋਰਟ ਦੀ ਗੱਲ ਕਰ ਲੈਂਦੇ ਹਾਂ। ਰਾਜਸਥਾਨ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਰਾਜਸਥਾਨ ਦੇ ਵਿੱਚ ਜੋ ਈਟੀਟੀ ਵਾਲਿਆਂ ਵੱਲੋਂ ਇਹ ਕੇਸ ਲੜਿਆ ਗਿਆ ਉਹ ਬਹੁਤ ਹੀ ਸੰਜੀਦਾ ਤਰੀਕੇ ਨਾਲ ਲੜਿਆ ਗਿਆ ਇਹ ਕੇਸ ਹੈ। ਆਪਾਂ ਤੁਹਾਨੂੰ ਯਾਦ ਹੋਏਗਾ, ਅਗਰ ਤੁਹਾਨੂੰ ਆਪਣੀ ਲਾਸਟ ਵੀਡੀਓ ਦੇਖੀ ਹੋਏਗੀ ਤਾਂ ਉਸ ਵਿੱਚ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਆਰਟੀਆਈ ਦੇ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਆਪਾਂ ਕਾਫੀ ਮਹੀਨੇ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਹ ਐਨਸੀਟੀ ਨੇ ਰੂਲਸ ਕਿਉਂ ਬਣਾਏ ਨੇ, ਕੀ ਕਾਰਨ ਸੀ ਉਸ ਟਾਈਮ ਇਹ ਰੂਲ ਬਣਾਉਣ ਦਾ। ਤੇ ਲਾਸਟ ਵੀਡੀਓ ਦੇ ਵਿੱਚ ਆਪਾਂ ਦੱਸਿਆ ਸੀਗਾ ਕਿ ਇਹਨਾਂ ਰੂਲਸ ਤੋਂ ਜਾਂ ਫਿਰ ਐਨਸੀਟੀ ਤੋਂ ਜਿਹੜੇ ਜਵਾਬ ਮੰਗੇ ਜਾ ਸਕਦੇ ਨੇ ਉਹ ਆਰਟੀਆਈ ਦੇ ਥਰੂ ਵੀ ਮੰਗੇ ਜਾ ਸਕਦੇ ਨੇ। ਅਗਰ ਤੁਹਾਨੂੰ ਇਹ ਦੋਨੋਂ ਵੀਡੀਓ ਨਹੀਂ ਦੇਖਿਆ ਤਾਂ ਤੁਸੀਂ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ। ਸੋ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਉਸ ਟਾਈਮ ਇਹ ਰੂਲ ਜਿਹੜੇ ਐਨਸੀਟੀ ਦੇ ਬਣਾਉਣ ਦਾ ਕਾਰਨ ਕੀ ਸੀਗਾ ਕਿ ਉਸ ਟਾਈਮ ਉਹਨਾਂ ਕੋਲ ਈਟੀਟੀ ਦੇ ਜਿਹੜੇ ਕੈਂਡੀਡੇਟਸ ਹੈ ਉਹ ਅਵੇਲੇਬਲ ਨਹੀਂ ਹੁੰਦੇ ਸੀ। ਰਾਜਸਥਾਨ ਕੋਰਟ ਕੇਸ ਦੇ ਵਿੱਚ ਈਟੀਟੀ ਵਾਲਿਆਂ ਨੇ ਕਾਫੀ ਸੰਜੀਦਾ ਤਰੀਕੇ ਨਾਲ ਜਿਹੜਾ ਕੋਰਟ ਕੇਸ ਲੜਿਆ। ਉਸਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਆਰਟੀਆਈ ਦੇ ਥਰੂ ਆਪਣੇ ਸਾਰੇ ਸਬੂਤ ਇਕੱਠੇ ਕੀਤੇ ਹੈ। ਕੋਈ ਵੀ ਸਬੂਤ ਅਗਰ ਆਪਾਂ ਕੋਰਟ ਕੇਸਿਸ 'ਤੇ ਛੱਡਦੇ ਹਾਂ ਜਾਂ ਆਪਾਂ ਸਰਕਾਰ 'ਤੇ ਛੱਡਦੇ ਹਾਂ ਜਾਂ ਕਿਸੇ ਇੰਸਟੀਟਿਊਸ਼ਨ 'ਤੇ ਛੱਡਦੇ ਹਾਂ ਕਿ ਉਹ ਇਸ 'ਤੇ ਜਵਾਬ ਦੇਗੀ ਕੋਰਟ ਨੂੰ, ਤਾਂ ਆਪਾਂ ਨੂੰ ਪਤਾ ਕੋਰਟ ਕੇਸਿਸ ਜਿਹੜੇ ਕਾਫੀ ਜ਼ਿਆਦਾ ਲਟਕ ਜਾਂਦੇ ਹਨ। ਇਸ ਲਈ ਆਪਾਂ ਨੂੰ ਕਿਹਾ ਸੀਗਾ ਕਿ ਆਪਣੀ ਜਿਹੜੇ ਹੈ ਪੁਆਇੰਟ ਸਟਰੋਂਗ ਕਰੋ, ਆਪਣੇ ਵਕੀਲ ਅਗਰ ਉਹੀ ਜਵਾਬ ਨਾਲ ਲੈ ਕੇ ਜਾਣ ਤਾਂ ਜ਼ਿਆਦਾ ਜਿਹੜਾ ਕੇਸ ਹੈ ਉਹ ਸਟਰੋਂਗ ਬਣਦਾ ਹੈ। ਸੋ ਆਰਟੀਆਈ ਦੇ ਥਰੂ ਸਾਰੇ ਜਵਾਬ ਜਿਹੜੇ ਉਹ ਆਪ ਮੰਗੇ ਜਾਣ ਵਕੀਲਾਂ ਦੁਆਰਾ, ਆਪਣੀ ਪਾਰਟੀ ਦੁਆਰਾ, ਈਟੀਟੀ ਵੱਲੋਂ ਜਾਂ ਬੀਐਡ ਵੱਲੋਂ, ਉਹ ਸਾਰੇ ਜਵਾਬ ਖੁਦ ਮੰਗੇ ਜਾਣ ਤਾਂ ਜ਼ਿਆਦਾ ਬੈਟਰ ਹੈ। ਕੀ ਰਾਜਸਥਾਨ ਦੇ ਵਿੱਚ ਈਟੀਟੀ ਵਾਲਿਆਂ ਨੇ ਕੀਤਾ, ਉਹਨਾਂ ਨੇ ਜਵਾਬ ਮੰਗੇ ਆਰਟੀਆਈ ਦੇ ਥਰੂ, ਸਾਰੇ ਪ੍ਰੂਫ ਉਹਨਾਂ ਨੇ ਇਕੱਠੇ ਕੀਤੇ। ਸੋ ਕੀ ਪ੍ਰੂਫ ਉਹਨਾਂ ਨੇ ਇਕੱਠੇ ਕੀਤੇ, ਸਭ ਤੋਂ ਪਹਿਲਾਂ ਦੋ ਇਹਦੇ ਵਿੱਚ ਮੇਨ ਗੱਲਾਂ ਨੇਗੀਆਂ ਜੀ। ਇੱਕ ਤਾਂ ਇਹ ਕਿ ਐਨਸੀਟੀ ਨੇ ਜੋ ਰੂਲ ਬਣਾਏ ਨੇਗੇ ਇਸ ਦੇ ਵਿੱਚ ਜਿਹੜਾ ਕਿ ਬ੍ਰਿਜ ਕੋਰਸ ਦੇ ਨਾਲ ਬੀਐਡ ਨੂੰ ਈਟੀਟੀ ਦੇ ਵਿੱਚ ਅਲਾਓ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਇਹੀ ਸਮਝੋ ਕਿ ਉਹਨਾਂ ਨੂੰ ਕੀਤਾ ਕਿਉਂ ਹੈ, ਕਿਉਂਕਿ ਉਸ ਟਾਈਮ ਈਟੀਟੀ ਦੇ ਕੈਂਡੀਡੇਟਸ ਉਹਨਾਂ ਨੂੰ ਨਹੀਂ ਮਿਲਦੇ ਸੀਗੇ ਸੈਂਟਰ ਦੀ ਪੋਸਟ ਦੇ ਲਈ, ਜਿਵੇਂ KVS ਦੇ ਵਿੱਚ ਲਗਾਉਣਾ ਹੈ ਜਾਂ NVS ਸਕੂਲਾਂ ਦੇ ਵਿੱਚ ਲਗਾਉਣਾ ਹੈ। ਸੋ ਈਟੀਟੀ ਦੇ ਕੈਂਡੀਡੇਟਸ ਉੱਥੇ ਉਹਨਾਂ ਨੂੰ ਨਹੀਂ ਮਿਲਦੇ ਸੀ ਕਿਉਂਕਿ ਹਰ ਕੋਈ ਆਪਣੀ ਆਪਣੀ ਸਟੇਟ ਦੇ ਵਿੱਚ ਜਿਹੜਾ ਉਹ ਅਪਲਾਈ ਕਰ ਦਿੰਦਾ ਸੀ। ਸੋ ਉੱਥੇ ਉਹਨਾਂ ਨੂੰ ਇੰਨੇ ਈਟੀਟੀ ਦੇ ਕੈਂਡੀਡੇਟਸ ਉਸ ਟਾਈਮ ਅਵੇਲੇਬਲ ਨਹੀਂ ਸੀਗੇ। ਉਸ ਟਾਈਮ ਸਰਕਾਰ ਨੇ ਬੋਲਿਆ, ਸੈਂਟਰ ਆਫ ਗਵਰਨਮੈਂਟ ਨੇ ਬੋਲਿਆ ਉਹਨਾਂ ਨੂੰ ਇਸ ਲਈ ਇੱਕ ਕਾਨੂੰਨ ਬਣਾਉਣ ਦੇ ਲਈ ਕਿ ਇਸ ਤਰ੍ਹਾਂ ਦਾ ਕਾਨੂੰਨ ਬਣਾਇਆ ਜਾਵੇ ਕਿ ਬੀਐਡ ਨੂੰ ਵਿਦ ਬ੍ਰਿਜ ਕੋਰਸ ਜਿਹੜਾ ਉਹ ਅਲਾਓ ਕਰ ਦਿੱਤਾ ਜਾਵੇ ਈਟੀਟੀ ਦੇ ਲਈ, ਤੇ ਉਹ ਜਿਹੜਾ ਕਾਨੂੰਨ ਬਣਾ ਦਿੱਤਾ ਗਿਆ। ਲੇਕਿਨ ਰਾਜਸਥਾਨ ਦੇ ਵਿੱਚ ਇਸ ਚੀਜ਼ ਨੂੰ ਚੈਲੰਜ ਕੀਤਾ ਗਿਆ ਕਿ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਜੋ ਇੱਕ ਪੂਰਾ ਪ੍ਰੋਸੀਜਰ ਹੁੰਦਾ, ਇੱਕ ਕਮੇਟੀ ਬੈਠਦੀ ਹੈ, ਸੋ ਕੀ ਉਹ ਸਾਰਾ ਪ੍ਰੋਸੀਜਰ ਫੋਲੋ ਤੋਂ ਬਾਅਦ ਜਿਹੜੀ ਹੈ ਇਹ ਰੂਲ ਬਣਾਏ ਗਏ। ਅਗਰ ਉਹ ਪ੍ਰੋਸੀਜਰ ਫੋਲੋ ਕੀਤਾ ਗਿਆ, ਇੱਕ ਕੁਛ ਮੈਂਬਰਸ ਦੀ ਕਮੇਟੀ ਬਣੀ, ਕਿਹੜੇ ਮੈਂਬਰਸ ਦੀ ਕਮੇਟੀ ਬਣੀ, ਉਹਨਾਂ ਨੇ ਕੀ ਡਿਸੀਜ਼ਨ ਲਿੱਤਾ, ਕੀ ਉਹਨਾਂ ਨੇ ਰਿਵਿਊਜ਼ ਦਿੱਤੇ, ਕੀ ਰਿਕਮੈਂਡੇਸ਼ਨਸ ਦਿੱਤੀਆਂ, ਸੋ ਉਹ ਸਾਰੀ ਚੀਜ਼ ਦੀ ਉਹਨਾਂ ਨੇ ਡਿਮਾਂਡ ਕੀਤੀ ਪਰ ਉਹ ਜਿਹੜਾ ਐਨਸੀਟੀ ਨਹੀਂ ਦੇ ਪਾਈ। ਕਿਉਂਕਿ ਕੋਈ ਵੀ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ ਸੀਗਾ, ਸਿੱਧਾ ਹੀ ਸਰਕਾਰ ਦੇ ਕਹਿਣ 'ਤੇ ਐਨਸੀਟੀ ਵੱਲੋਂ ਇਹ ਰੂਲ ਬਣਾ ਦਿੱਤੇ ਗਏ। ਲੇਕਿਨ ਕੋਈ ਵੀ ਇੱਦਾਂ ਦਾ ਜੋ ਪਹਿਲਾਂ ਪ੍ਰੋਸੀਜਰ, ਕਿਸੇ ਵੀ ਰੂਲ ਨੂੰ ਬਣਾਉਣ ਤੋਂ ਪਹਿਲਾਂ ਜੋ ਪ੍ਰੋਸੀਜਰ ਫੋਲੋ ਹੋਣਾ ਚਾਹੀਦਾ ਉਹ ਨਹੀਂ ਕੀਤਾ ਗਿਆ। ਸੋ ਜਦ ਕੋਈ ਇੱਕ ਮੇਨ ਜੋ ਪ੍ਰੋਸੀਜਰ ਫੋਲੋ ਨਹੀਂ ਹੋਇਆ ਗਿਆ, ਸੋ ਇਸ ਕਰਕੇ ਰਾਜਸਥਾਨ ਕੋਰਟ ਨੇ ਜਿਹੜਾ ਹੈ ਉੱਥੋਂ ਦੇ ਜਿਹੜੇ ਜੱਜ ਨੇ ਉਹਨਾਂ ਨੇ ਇਸ ਚੀਜ਼ ਨੂੰ ਖਾਰਿਜ ਕੀਤਾ ਕਿ ਇਹ ਰੂਲ ਬਣਾਉਣ ਤੋਂ ਪਹਿਲਾਂ ਕੋਈ ਵੀ ਜੋ ਮੇਨ ਪ੍ਰੋਸੀਜਰ ਹੈ ਉਹ ਫੋਲੋ ਨਹੀਂ ਕੀਤਾ ਗਿਆ। ਪਲੱਸ ਉਹਨਾਂ ਨੇ ਇਹ ਵੀ ਮੰਨਿਆ ਕਿ ਜੋ ਈਟੀਟੀ ਕੈਂਡੀਡੇਟਸ ਹੈਗੇ ਜਦ ਉਹ ਟ੍ਰੇਨਡ ਟੀਚਰ ਉੱਥੇ ਅਵੇਲੇਬਲ ਹੈ ਸਟੇਟ ਦੇ ਵਿੱਚ ਪੋਸਟਾਂ 'ਤੇ ਲੱਗਣ ਲਈ, ਜੋ ਟ੍ਰੇਨ ਟੀਚਰ ਹੈ, ਜੋ ਸਪੈਸ਼ਲ ਕੋਰਸ ਉਹਨਾਂ ਲਈ ਡਿਜ਼ਾਈਨ ਕੀਤਾ ਗਿਆ, ਅਗਰ ਉਹ ਅਵੇਲੇਬਲ ਹੈ ਤਾਂ ਕਿਸੇ ਹੋਰ ਨੂੰ ਪ੍ਰੈਫਰੈਂਸ ਦੇਣ ਦਾ, ਉਹਨਾਂ ਦੇ ਬਰਾਬਰ ਰੱਖਣ ਦਾ ਕੋਈ ਮਤਲਬ ਨਹੀਂ ਹੈ। ਸੋ ਇਸ ਲਈ ਉੱਥੇ ਈਟੀਟੀ ਨੂੰ ਜਿਹੜਾ ਈਟੀਟੀ ਦਾ ਹੱਕ ਦਿੱਤਾ ਗਿਆ ਤੇ ਉੱਥੇ ਜੋ ਵੀ ਆਰਡਰ ਆਇਆ ਉਹ ਇੱਕ ਕਾਨੂੰਨ ਬਣ ਚੁੱਕਿਆ। ਉਹ ਸਿਰਫ ਇੱਕ ਆਰਡਰ ਨਹੀਂ ਹੈ, ਇਸ ਚੀਜ਼ ਨੂੰ ਪਹਿਲਾਂ ਤੁਸੀਂ ਸਮਝੋ। ਉਹ ਇੱਕ ਆਰਡਰ ਨਹੀਂ ਹੈ ਵੀ ਕਿਸੇ ਨੇ ਪਲੀ ਲਗਾਈ ਔਰ ਆਰਡਰ ਦੇ ਦਿੱਤਾ, ਬਸ ਇੰਨਾ ਨਹੀਂ ਹੈ, ਇੱਕ ਕਾਨੂੰਨ ਬਣ ਚੁੱਕਿਆ ਹੈ।
ਰਾਜਸਥਾਨ ਦੇ ਵਿੱਚ ਕਿ ਈਟੀਟੀ ਦੇ ਜਿਹੜੀ ਪੋਸਟਾਂ ਨੇ ਉੱਥੇ ਈਟੀਟੀ ਹੀ ਜਿਹੜਾ ਕੈਂਡੀਡੇਟ ਹੈ ਉਹ ਲੱਗੇਗਾ, ਕਿਉਂਕਿ ਉਹ ਸਪੈਸ਼ਲੀ ਉਸ ਪੋਸਟ ਦੇ ਲਈ ਟ੍ਰੇਨਡ ਟੀਚਰ ਹੈ। ਅਗਰ ਤੁਸੀਂ ਬੀਐਡ ਨੂੰ ਅਲੋ ਕਰਦੇ ਹੋ ਤਾਂ ਬੀਐਡ ਨੂੰ ਬ੍ਰਿਜ ਕੋਰਸ ਦੇ ਨਾਲ ਅਲੋ ਕੀਤਾ ਗਿਆ, ਦੈਟ ਮੀਨਸ ਉਹਨਾਂ ਨੂੰ ਕਿਸੇ ਸਪਲੀਮੈਂਟ ਕਿਸੇ ਚੀਜ਼ ਦੇ ਨਾਲ ਅਲੋ ਕੀਤਾ ਗਿਆ। ਇੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਬੀਐਡ ਖੁਦ ਐਜ਼ ਅ ਬੀਐਡ ਦੀ ਕੈਪੈਸਿਟੀ ਦੇ ਵਿੱਚ ਉਹ ਐਲੀਜੀਬਲ ਨਹੀਂ ਹੈ ਈਟੀਟੀ ਦੇ ਪੋਸਟ ਦੇ ਲਈ। ਕਿਉਂਕਿ ਐਕਸਟਰਾ ਤੋਂ ਕੁਝ ਕਰਨਾ ਪੈ ਰਿਹਾ ਈਟੀਟੀ ਦੇ ਪੋਸਟ ਦੇ ਲੱਗਣ ਲਈ। ਅਕੋਰਡਿੰਗ ਟੂ ਐਨਸੀਟੀ ਦੇ ਰੂਲ ਬ੍ਰਿਜ ਕੋਰਸ ਕਰਕੇ ਹੀ ਬੀਐਡ ਵਾਲਾ ਲੱਗ ਸਕਦਾ। ਅਗਰ ਉਹਨੂੰ ਸਪਲੀਮੈਂਟ ਦੇ ਵਿੱਚ ਕੁਝ ਕਰਨਾ ਪੈ ਰਿਹਾ, ਦੈਟ ਮੀਨਸ ਇਨਕੈਪੈਸਿਟੀ ਆਫ ਦਾ ਬੀਐਡ ਉਹ ਜਿਹੜਾ ਹੈ ਉੱਥੇ ਨਹੀਂ ਲੱਗ ਸਕਦਾ। ਸੋ ਇਹ ਚੀਜ਼ ਜਿਹੜੇ ਰਾਜਸਥਾਨ ਨੇ ਉੱਥੇ ਮੰਨੀ ਕਿ ਈਟੀਟੀ ਦੇ ਲਈ ਜਿਹੜੇ ਬੀਐਡ ਨੂੰ ਅਲੋ ਕੀਤਾ ਗਿਆ ਈਵਨ ਵਿਦ ਬ੍ਰਿਜ ਕੋਰਸ, ਉਹ ਵੀ ਰੂਲ ਜਿਹੜਾ ਹੈ ਪੂਰਾ ਪ੍ਰੋਸੀਜਰ ਫੋਲੋ ਕਰੇ ਬਿਨਾਂ ਹੀ ਉਹ ਰੂਲ ਬਣਾਇਆ ਗਿਆ। ਪਲੱਸ ਉਹ ਰੂਲ ਬਣਾਉਣ ਦਾ ਕੋਈ ਵੀ ਕਾਰਨ ਜਿਹੜਾ ਉੱਥੇ ਅਵੇਲੇਬਲ ਇਸ ਟਾਈਮ ਨਹੀਂ ਹੈ ਕਿ ਇਸ ਟਾਈਮ ਕਿਉਂ ਬੀਐਡ ਨੂੰ ਈਟੀਟੀ ਦੇ ਬਰਾਬਰ ਪ੍ਰੈਫਰੈਂਸ ਦਿੱਤੀ ਜਾਵੇ, ਕਿਉਂਕਿ ਈਟੀਟੀ ਇੱਕ ਟ੍ਰੇਨ ਟੀਚਰ ਹੈ, ਸਪੈਸ਼ਲੀ ਡਿਜ਼ਾਈਨ ਕੀਤੇ ਹੋਏ ਕੋਰਸ ਪੜ੍ਹ ਕੇ ਆਇਆ। ਲੇਕਿਨ ਬੀਐਡ ਦੇ ਵਿੱਚ ਉਹਨਾਂ ਪੋਸਟਾਂ ਦੇ ਲਈ ਉਹ ਕੋਰਸ ਜਿਹੜਾ ਐਲੀਜੀਬਲ ਨਹੀਂ ਹੈਗਾ ਬੀਐਡ ਦਾ ਕੋਰਸ। ਇਸ ਚੀਜ਼ ਨੂੰ ਜਿਹੜਾ ਹੈ ਉਹ ਮੰਨਦੇ ਹੋਏ ਉਸਨੇ ਇਸ ਨੂੰ ਕਾਨੂੰਨ ਬਣਾਇਆ ਰਾਜਸਥਾਨ ਕੋਰਟ ਨੇ ਕਿ ਈਟੀਟੀ ਤੇ ਈਟੀਟੀ ਹੀ ਲੱਗੇਗਾ। ਤਾਂ ਰਾਜਸਥਾਨ ਕੋਰਟ ਸਭ ਤੋਂ ਮੇਨ ਗੱਲ ਇਸ ਦੇ ਵਿੱਚ ਇਹ ਹੈ ਕਿ ਇੱਕ ਤਾਂ ਉਹ ਕਾਨੂੰਨ ਬਣਿਆ ਉੱਥੇ, ਕੁਝ ਜਸਟ ਇੱਕ ਆਰਡਰ ਨਹੀਂ ਹੈ, ਰਿਪੋਰਟੇਬਲ ਕਾਨੂੰਨ ਹੈ, ਲੋ ਹੈ। ਪਲੱਸ ਉਹਦੇ ਵਿੱਚ ਇਹ ਕਿ ਉੱਥੋਂ ਦੇ ਜਿਹੜੇ ਈਟੀਟੀ ਕੈਂਡੀਡੇਟਸ ਉਹਨਾਂ ਨੇ ਬਹੁਤ ਹੀ ਸੰਜੀਦਾ ਤਰੀਕੇ ਨਾਲ ਇਹ ਕੋਰਟ ਕੇਸ ਲੜਿਆ। ਹਰ ਇੱਕ ਪ੍ਰੂਫ ਜੋ ਕਿ ਕੋਰਟ ਮੰਗ ਸਕਦਾ ਹੈ ਇੰਸਟੀਟਿਊਸ਼ਨ ਤੋਂ ਐਜ਼ ਅ ਜਵਾਬ ਉਹ ਪਹਿਲਾਂ ਆਰਟੀਆਈ ਦੇ ਥਰੂ ਸਾਰੇ ਸਬੂਤ ਜਿਹੜੇ ਆਰਟੀਆਈ ਦੇ ਥਰੂ ਉਹ ਲੈ ਕੇ ਉਹਨਾਂ ਦੇ ਵਕੀਲ ਜਿਹੜੇ ਉੱਥੇ ਗਏ ਸੀ। ਸੋ ਆਪਾਂ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਆਪਣੇ ਪੁਆਇੰਟ ਕੋਰਟ ਕੇਸਿਸ ਦੇ ਵਿੱਚ ਸਟਰੋਂਗ ਕਰਨ ਲਈ ਆਰਟੀਆਈ ਦੇ ਥਰੂ ਤੁਸੀਂ ਜ਼ਰੂਰ ਜਿਹੜੇ ਜਵਾਬ ਇਕੱਠੇ ਕਰੋ। ਦੂਸਰਾ ਆਪਾਂ ਹੁਣ ਗੱਲ ਕਰ ਲੈਂਦੇ ਹਾਂ ਜੀ ਹਿਮਾਚਲ ਕੋਰਟ ਦਾ। ਹਿਮਾਚਲ ਦੇ ਵਿੱਚ ਸਿਰਫ ਇੱਕ ਪਲੀ ਲਗਾਈ ਗਈ ਸੀ ਬੀਐਡ ਵਾਲੇ ਕੈਂਡੀਡੇਟਸ ਤੋਂ ਕਿ ਉਹਨਾਂ ਨੂੰ ਅਲੋ ਕੀਤਾ ਜਾਵੇ ਇਸ ਦੇ ਵਿੱਚ, ਤੇ ਉਹ ਪਲੀ ਤੇ ਜਸਟ ਇੱਕ ਰਿਲੀਫ ਜਿਹੜਾ ਉਹਨਾਂ ਨੂੰ ਰਿਲੀਫ ਜੋ ਹੈ ਇੱਕ ਕਾਨੂੰਨ ਨਹੀਂ ਹੁੰਦਾ। ਰਾਜਸਥਾਨ ਦੇ ਵਿੱਚ ਜੋ ਆਰਡਰ ਆਇਆ ਇੱਕ ਕਾਨੂੰਨ ਹੈ, ਰਿਪੋਰਟੇਬਲ ਕਾਨੂੰਨ ਹੈ। ਲੇਕਿਨ ਹਿਮਾਚਲ ਦੇ ਵਿੱਚ ਜੋ ਇੱਕ ਰਿਲੀਫ ਦਿੱਤਾ ਗਿਆ ਕਿ ਬੀਐਡ ਵਾਲੇ ਨੂੰ ਅਲੋ ਕਰ ਦਿੱਤਾ ਗਿਆ, ਉਹ ਜਸਟ ਇੱਕ ਰਿਲੀਫ ਹੈ, ਉਹ ਇੱਕ ਕਾਨੂੰਨ ਨਹੀਂ। ਪਟਨਾ ਕੋਰਟ ਦੀ ਗੱਲ ਕਰ ਲਈ, ਉੱਥੇ ਪੂਰਾ ਕੇਸ ਜਿਹੜਾ ਸੁਣਿਆ ਗਿਆ, ਉਸਦੇ ਜੋ ਡਿਸੀਜਨ ਆਇਆ ਹੈਗਾ ਪਟਨਾ ਕੋਰਟ ਦਾ ਉਹ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ। ਉੱਥੇ ਵੀ ਜਿਹੜੀ ਹੈ ਬੀਐਡ ਨੂੰ ਬਾਹਰ ਕੀਤਾ ਗਿਆ। ਤੁਸੀਂ ਦੇਖ ਸਕਦੇ ਹੋ ਆਪਾਂ ਪਟਨਾ ਕੋਰਟ ਦੀ ਜਿਹੜੀ ਇਹ ਪੂਰੀ ਇਨਫੋਰਮੇਸ਼ਨ ਆਪਾਂ ਓਪਨ ਕੀਤੀ ਹੋਈ। ਹਰੇ ਰਾਮ ਕੁਮਾਰ ਵਰਸਸ ਦਾ ਸਟੇਟ ਆਫ ਬਿਹਾਰ ਔਨ 4 ਨਵੰਬਰ 2020 ਦਾ ਇਹ ਕੇਸ ਹੈ ਪੂਰਾ। ਤੁਸੀਂ ਦੇਖ ਸਕਦੇ ਹੋ ਇਹ ਹੈਗਾ ਪੂਰਾ ਡਿਸੀਜਨ ਜਿਹੜਾ ਕਿ ਇਸ ਕੇਸ ਦੇ ਵਿੱਚ ਦਿੱਤਾ ਗਿਆ ਜਜਮੈਂਟ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਆਰਡਰ ਦੇ ਵਿੱਚ ਦੈਟ ਪੁਆਇੰਟ ਦੇ ਵਿੱਚ ਦੇਖੋ ਲਿਖਿਆ ਹੋਇਆ ਦੈਟ ਐਡਮਿਟਡਲੀ ਦ ਕੁਆਲੀਫਿਕੇਸ਼ਨ ਆਫ ਬੀਐਡ ਅਲੋਨ ਵਾਸ ਨਾਟ ਕੰਸੀਡਰਡ ਐਜ਼ ਕੰਪਲੀਟ ਟ੍ਰੇਨਿੰਗ ਕੋਰਸ ਫॉर द अपॉइंटमेंट ਐਜ਼ ਪ੍ਰਾਇਮਰੀ ਟੀਚਰਸ। ਬਾਕੀ ਤੁਸੀਂ ਜਜਮੈਂਟ ਪੂਰੀ ਡਿਟੇਲ ਵਿੱਚ ਦੇਖ ਸਕਦੇ ਹੋ, ਕਾਫੀ ਬੜੀ ਜਜਮੈਂਟ ਹੈ। ਸੋ ਮੇਨ ਆਪਾਂ ਇਸ ਦੇ ਵਿੱਚ ਗੱਲ ਕਰ ਲੈਂਦੇ ਹਾਂ। ਇਸ ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਇਹਨਾਂ ਨੇ ਬੋਲਿਆ ਇੱਥੇ ਪਟਨਾ ਹਾਈ ਕੋਰਟ ਵੱਲੋਂ ਕਿ ਬੀਐਡ ਜਿਹੜੀ ਹੈ ਉਹ ਕੱਲੀ ਜਿਹੜੀ ਹੈ ਇਸ ਦੇ ਲਈ ਕੰਪਲੀਟ ਟ੍ਰੇਨਿੰਗ ਕੋਰਸ ਨਹੀਂ ਹੋ ਸਕਦਾ ਪ੍ਰਾਇਮਰੀ ਟੀਚਰਸ ਦੇ ਲਈ ਅਪਾਇੰਟਮੈਂਟ ਲਈ ਵੈਨ ਦ ਡਿਗਰੀ ਆਫ ਬੀਐਡ ਇਜ਼ ਸਪਲੀਮੈਂਟਡ ਵਿਦ ਬ੍ਰਿਜ ਕੋਰਸ ਆਫ 6 ਮੰਥਸ। ਅਗਰ ਐਨਸੀਟੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਬ੍ਰਿਜ ਕੋਰਸ ਦੇ ਨਾਲ 6 ਮੰਥਸ ਦੇ ਬ੍ਰਿਜ ਕੋਰਸ ਦੇ ਨਾਲ ਬੀਐਡ ਨੂੰ ਸਪਲੀਮੈਂਟ ਕਰਕੇ ਹੀ ਬੀਐਡ ਜਿਹੜੀ ਉੱਥੇ ਆ ਸਕਦੀ ਹੈ, ਤਾਂ ਇਸ ਦਾ ਮਤਲਬ ਬੀਐਡ ਕੱਲੀ ਜਿਹੜੀ ਹੈ ਉਹ ਇੱਕ ਸਹੀ ਟ੍ਰੇਨਿੰਗ ਕੋਰਸ ਅਪਾਇੰਟਮੈਂਟ ਲਈ ਪ੍ਰਾਇਮਰੀ ਟੀਚਰ ਲਈ ਐਲੀਜੀਬਲ ਨਹੀਂ ਮੰਨਿਆ ਜਾਏਗਾ। ਸੋ ਇੱਥੇ ਸੋਚਣ ਵਾਲੀ ਗੱਲ ਹੈ ਕਿ ਸਟੇਟ ਜਿਹੜੇ ਹੈ ਬ੍ਰਿਜ ਕੋਰਸ ਦਾ ਕਿਉਂ ਪ੍ਰਾਵਧਾਨ ਕਰੇਗੀ। ਅਗਰ ਉਹਨਾਂ ਕੋਲ ਈਟੀਟੀ ਕੈਂਡੀਡੇਟਸ ਜਿਹੜੇ ਆਲਰੇਡੀ ਅਵੇਲੇਬਲ ਹੈ ਤਾਂ ਬ੍ਰਿਜ ਕੋਰਸ ਦਾ ਉਹ ਪ੍ਰਾਵਧਾਨ ਕਿਉਂ ਕਰੇਗੀ, ਕਿਉਂਕਿ ਬ੍ਰਿਜ ਕੋਰਸ ਲਈ ਜੋ ਨੋਟੀਫਿਕੇਸ਼ਨ ਜਿਹੜਾ ਐਨਸੀਟੀ ਵੱਲੋਂ ਬਣਾਇਆ ਗਿਆ, ਜੋ ਰੂਲ ਐਨਸੀਟੀ ਵੱਲੋਂ ਬਣਾਇਆ ਗਿਆ, ਉਹੀ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਬਣਾਇਆ ਗਿਆ। ਉਸ ਤੋਂ ਪਹਿਲਾਂ ਜੋ ਕਮੇਟੀਜ਼ ਬੈਠੀਆਂ ਚਾਹੀਦੀਆਂ ਸੀਗੀਆਂ, ਜੋ ਸਹੀ ਪ੍ਰੋਸੀਜਰ ਹੋਣਾ ਚਾਹੀਦਾ ਸੀ, ਉਹ ਪ੍ਰੋਸੀਜਰ ਜਿਹੜਾ ਨਹੀਂ ਫੋਲੋ ਕੀਤਾ ਗਿਆ। ਔਰ ਇਹ ਕੀਤਾ ਵੀ ਉਦੋਂ ਇਸ ਲਈ ਕਿਹਾ ਸੀਗਾ ਕਿਉਂਕਿ ਈਟੀਟੀ ਕੈਂਡੀਡੇਟਸ ਉਹਨਾਂ ਕੋਲ ਅਵੇਲੇਬਲ ਨਹੀਂ ਹੁੰਦੇ ਸੀ ਸੈਂਟਰ ਸਕੂਲ ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ, ਪ੍ਰਾਇਮਰੀ ਕਲਾਸਿਸ ਦੇ ਵਿੱਚ ਟੀਚਰ ਲੱਗਣ ਲਈ ਉਹਨਾਂ ਕੋਲ ਅਵੇਲੇਬਲ ਨਹੀਂ ਹੁੰਦੇ ਸੀ। ਸੋ ਇਸ ਲਈ ਉਹਨਾਂ ਨੇ ਇਹ ਸਭ ਬਣਾਇਆ ਗਿਆ, ਲੇਕਿਨ ਬਣਾਉਣ ਲੱਗਿਆ ਸਹੀ ਰੂਲਸ ਵਗੈਰਾ ਜਿਹੜੇ ਉਹ ਨਹੀਂ ਬਣਾਏ ਗਏ। ਤੇ ਇਸ ਟਾਈਮ ਜੋ ਸਿਚੁਏਸ਼ਨ ਹੈਗੀ ਆ ਉਹ ਈਟੀਟੀ ਜਿਹੜੇ ਕੈਂਡੀਡੇਟਸ ਆਲਰੇਡੀ ਅਵੇਲੇਬਲ ਹੈ, ਉਸ ਦੇ ਲਈ ਜੋ ਟ੍ਰੇਨ ਟੀਚਰ ਹੈ ਉਹ ਅਵੇਲੇਬਲ ਹੈ, ਤਾਂ ਉਹ ਜਿਹੜਾ ਹੈ ਬੀਐਡ ਨੂੰ ਸਪਲੀਮੈਂਟ ਬ੍ਰਿਜ ਕੋਰਸ ਕਰਕੇ ਕਿਉਂ ਜਿਹੜਾ ਉਹ ਵਿੱਚ ਇਨਕਲੂਡ ਕਰਵਾਵੇ। तो इसके लिए कोई जड़ा है रूल नहीं बनता। सो इट मे बी कंसीडर्ड एज कंप्लीट ट्रेनिंग क्वालिफिकेशन फॉर पटना हाई कोर्ट ऑफ दिस कोर्ट नंबर अपॉइंटेड एज प्राइमरी टीचर वेयर एज डीएलएड कोर्स इज अ कंप्लीट ट्रेनिंग कोर्स क्वालिफिकेशन फॉर अपॉइंटमेंट एज प्राइमरी टीचर। तो उन्होंने मन्निया कि डीएलएड कोर्स ही जड़ा है वो क्वालिफिकेशन कंप्लीट ट्रेनिंग कोर्स है, कंप्लीट ट्रेनिंग क्वालिफिकेशन एक प्राइमरी टीचर ते लगन ली। सो उन्होंने इस दे लिए ये भी कहा कि उन्होंने जो सिलेबस है प्राइमरी टीचर का 6 to 14 ਦੇ ਜਿਹੜਾ ਏਜ ਗਰੁੱਪ ਹੁੰਦਾ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾਉਣ ਲਈ ਹੈ, ਜਦਕਿ ਬੀਐਡ ਦਾ ਜੋ ਪ੍ਰੋਗਰਾਮ ਹੈ ਉਹ 15 ਸਾਲ ਤੇ ਉਸ ਤੋਂ ਅਬਵ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਪੜ੍ਹਾਉਣ ਲਈ ਅਪਰ ਪ੍ਰਾਇਮਰੀ ਤੇ ਹਾਇਰ ਸੈਕੰਡਰੀ ਲੈਵਲ ਕਲਾਸਿਸ ਨੂੰ ਪੜ੍ਹਾਉਣ ਲਈ ਕੋਈ ਕੁਆਲੀਫਿਕੇਸ਼ਨ ਉਹਦਾ ਸਿਲੇਬਸ ਜਿਹੜਾ ਉਹ ਉਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ। ਐਜ਼ ਸੱਚ ਦਾ ਕੁਆਲੀਫਿਕੇਸ਼ਨ ਆਫ 2 ਇਅਰਸ ਡਿਪਲੋਮਾ ਇਜ਼ ਕੰਸੀਡਰਡ ਐਜ਼ ਅ ਮੋਸਟ ਸੁਟੇਬਲ ਕੁਆਲੀਫਿਕੇਸ਼ਨ ਫॉर ਇੰਪਾਰਟਿੰਗ ਐਜੂਕੇਸ਼ਨ ਟੂ ਦ ਚਿਲਡਰਨ ਆਫ ਕਲਾਸ 1 to 5th। ਤਾਂ ਜਿਹੜਾ ਉਹਨਾਂ ਨੇ ਕਿਹਾ 2 ਸਾਲ ਦਾ ਜਿਹੜਾ ਡਿਪਲੋਮਾ ਹੈ ਦੈਟ ਇਜ਼ ਡੀਐਲਐਡ ਉਹ ਪਹਿਲੀ ਤੋਂ 5ਵੀਂ ਤੱਕ ਸੁਟੇਬਲ ਕੁਆਲੀਫਿਕੇਸ਼ਨ ਹੈ ਉਹਨਾਂ ਕਲਾਸਿਸ ਨੂੰ ਪੜ੍ਹਾਉਣ ਦੇ ਲਈ। ਦੈਟ ਐਜ਼ ਪਰ ਦ ਨੋਟੀਫਿਕੇਸ਼ਨ ਇਸ਼ੂਡ ਬਾਈ ਦ ਡਿਪਾਰਟਮੈਂਟ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਤਾਂ ਹਿਊਮਨ ਰਿਸੋਰਸ ਡਿਵੈਲਪਮੈਂਟ ਡਿਪਾਰਟਮੈਂਟ ਵੱਲੋਂ ਜਿਹੜਾ 4/1/2019 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ
ਸੀ, it was made clear in paragraph 3 subparagraph 6 that the teacher who are not possessing minimum qualification as prescribed by the NCT would not be considered as trained teachers till the date they acquire the prescribed qualification। ਸੋ ਇੱਥੇ ਸਾਫ਼-ਸਾਫ਼ ਮੈਂਸ਼ਨ ਹੈ ਕਿ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਡਿਪਾਰਟਮੈਂਟ ਦੁਆਰਾ ਇਹ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਕਿ ਜਦ ਤੱਕ ਪ੍ਰਾਇਮਰੀ ਕਲਾਸਿਸ ਦੇ ਲਈ ਜਾਂ ਜੋ ਵੀ ਜਿਸ ਵੀ ਕਲਾਸਿਸ ਜਾਂ ਪੋਸਟ ਆਊਟ ਹੋਈਆਂ ਨੇ ਉਸ ਕਲਾਸਿਸ ਦੇ ਲਈ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਹੈ ਜੋ NCT ਨੇ ਹੀ ਦਿੱਤੀ ਉਹ ਮਿਨੀਮਮ ਕੁਆਲੀਫਿਕੇਸ਼ਨ ਕਿ ਪ੍ਰਾਇਮਰੀ ਲਈ DLED ਕੋਰਸ ਹੈ। ਸੋ ਜਦ ਤੱਕ ਉਸ ਕੈਂਡੀਡੇਟ ਕੋਲ ਉਹ ਮਿਨੀਮਮ ਕੁਆਲੀਫਿਕੇਸ਼ਨ ਉਹਦੇ ਕੋਲ ਨਹੀਂ ਹੁੰਦੀ ਤਦ ਤੱਕ ਉਹਨਾਂ ਪੋਸਟਾਂ ਲਈ ਉਹ ਐਲੀਜੀਬਲ ਨਹੀਂ ਹੈ। ਤਾਂ ਉਹਦੇ ਕੋਲ ਪਹਿਲਾਂ ਮਿਨੀਮਮ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। That is prerogative of the employer to fix priority to those candidates found to be more suitable and efficient to the respective post. That it also a point of consideration that the scope of DLED candidates are confined to the employment as primary teachers for classes 1 to 5 only, whereas B.Ed candidates have a wider scope of employment for even upper classes from class 6 and above. This background, the qualification of B.Ed was not considered as complete training program for teachers of class 1 to 5 students. B.Ed degree holders are virtually untrained at the time of appointment for class 1 to Patna High Court. This teachers, which is contrary to the provisions introduced after amendment made by in Right to Education Act 2017 in section this which make it mandatory to acquire the qualification of training related by this as per the aforesaid amendment and guidelines issued by the central government. Writ petition are not eligible to be appointed as primary teachers after this। ਪੂਰੇ ਇਸ ਦੇ ਵਿੱਚੋਂ ਤੁਸੀਂ ਸੁਣਿਆ ਹੋਏਗਾ, ਇਸ ਦੇ ਵਿੱਚ ਜੋ ਹੈ ਕਿ ਉਹਨਾਂ ਨੇ ਬੋਲਿਆ ਕਿ ਪ੍ਰਾਇੋਰਟੀ ਜਿਹੜੀ ਹੈ ਉਹ ਇਸ ਦੇ ਮੁਤਾਬਿਕ ਜਿਹੜੀ ਹੈ ਉਹ ਪਹਿਲਾਂ ਉਹਨਾਂ ਨੇ ਕਿਹਾ ਕਿ ETT ਕੈਂਡੀਡੇਟਸ ਨੂੰ ਇੱਥੇ ਰੱਖਣੀ ਚਾਹੀਦੀ ਹੈ ਕਿਉਂਕਿ DLED ਇੱਕ ਜਿਹੜਾ ਹੈ ਉਸ ਦੇ ਲਈ ਹੀ ਸਪੈਸ਼ਲੀ ਬਣਾਇਆ ਹੋਇਆ ਕੋਰਸ ਹੈ। ਪਲੱਸ ਉਹਨਾਂ ਨੇ ਇਹ ਵੀ ਬੋਲਿਆ 7th ਪੁਆਇੰਟ ਦੇ ਵਿੱਚ ਉਹਨਾਂ ਨੇ ਬੋਲਿਆ ਕਿ B.Ed ਦੇ ਪਾਸ ਇੱਕ ਵਾਈਡਰ ਸਕੋਪ ਹੈ ਅਪਲਾਈ ਕਰਨ ਦੇ ਲਈ ਕਿਉਂਕਿ ਉਹ 6 ਕਲਾਸ ਤੋਂ ਅਬਵ ਦੇ ਕਲਾਸਿਸ ਲਈ ਵੀ ਅਪਲਾਈ ਕਰਦੇ ਆ ਔਰ 1 to 5 ਤੱਕ ਅਪਲਾਈ ਕਰਨ ਲਈ ਜਿਹੜਾ DLED ਦੇ ਪਾਸ ਸਿਰਫ ਇੱਕ ਉਹੀ ਕਲਾਸਿਸ ਜਾਂ ਆਪਾਂ ਕਹਿੰਦੇ ਹਾਂ ਉਹੀ ਸਕੋਪ ਹੈ ਕਿ ETT ਵਾਲਾ ਸਿਰਫ ਉੱਥੇ ਹੀ ਪੋਸਟਾਂ 'ਤੇ ਅਪਲਾਈ ਕਰ ਸਕਦਾ ਹੈ। ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ B.Ed ਜਿਹੜੀ ਆ ਉਹ ਕੰਪਲੀਟ ਟ੍ਰੇਨਿੰਗ ਪ੍ਰੋਗਰਾਮ ਨਹੀਂ ਹੈ ਪਹਿਲੀ ਤੋਂ 5ਵੀਂ ਤੱਕ ਪੜ੍ਹਾਉਣ ਦੇ ਲਈ। ਉਹਨਾਂ ਨੇ ਕੋਡ ਨੰਬਰ ਦੀ ਗੱਲ ਕੀਤੀ ਹੈ ਕਿ ਇਸ ਕੋਡ ਨੰਬਰ ਦੇ ਤਹਿਤ ਜੋ ਉਹਨਾਂ ਨੂੰ ਅਲੋ ਕੀਤਾ ਗਿਆ B.Ed ਨੂੰ ਅਲੋ ਕੀਤਾ ਗਿਆ ਉਹ ਇੱਕ ਜਿਹੜਾ ਕੰਟਰੇਰੀ ਸੀਗਾ ਮਤਲਬ ਉਹਨਾਂ ਪ੍ਰੋਵੀਜ਼ਨਸ ਦੇ ਉਹਨਾਂ ਰੂਲਸ ਦੇ ਉਲਟ ਸੀਗਾ ਜਿਹੜੀਆਂ ਅਮੈਂਡਮੈਂਟ ਕੀਤੀਆਂ ਗਈਆਂ ਸੀ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ। ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਸੀਗਾ ਕਿ ਪ੍ਰਾਇਮਰੀ ਕਲਾਸਿਸ ਦੇ ਲਈ ਜਾਂ ਜਿਹੜੀ ਵੀ ਕਲਾਸਿਸ ਦੀ ਪੋਸਟਾਂ ਨਿਕਲਣ ਉਹਨਾਂ ਦੇ ਲਈ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ ਜਿਹੜੀ ਕੈਂਡੀਡੇਟ ਦੀ ਕੀਤੀ ਹੋਣੀ ਚਾਹੀਦੀ ਹੈ। ਈਵਨ ਉਸ ਤੋਂ ਬਾਅਦ ਜੋ ਟੈਟ ਐਗਜ਼ਾਮ ਹੈ ਉਹ ਵੀ ਜਿਹੜਾ ਮੈਂਡੇਟਰੀ ਪਾਸ ਹੋਣਾ ਚਾਹੀਦਾ ਹੈ। ਇਹ ਸਾਰੀ ਉਹਨਾਂ ਦੀ ਗਾਈਡਲਾਈਨਸ ਦੇ ਵਿੱਚ ਲਿਖਿਆ ਹੋਇਆ। ਸੋ ਉਹਨਾਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਜਿਹੜੇ ETT ਕੈਂਡੀਡੇਟਸ ਨੇ ਉੱਥੇ ETT ਦੇ ਪੋਸਟਾਂ ਦੇ ETT ਕੈਂਡੀਡੇਟਸ ਹੀ ਲੱਗੇਗਾ ਔਰ B.Ed ਕੈਂਡੀਡੇਟਸ ਜਿਹੜਾ ਹੈ ਉਹ ਐਲੀਜੀਬਲ ਨਹੀਂ ਹੈ। ਬਾਕੀ ਪੂਰੀ ਜਜਮੈਂਟ ਤੁਸੀਂ ਇਸ ਨੂੰ ਪੜ੍ਹ ਸਕਦੇ ਹੋ। ਪੂਰੀ ਮੇਨ ਜਿਹੜੀ ਗੱਲ ਆਪਾਂ ਤੁਹਾਨੂੰ ਇੱਥੇ ਪਟਨਾ ਹਾਈ ਕੋਰਟ ਦੀ ਦੱਸ ਦਿੱਤੀ ਹੈ ਕਿ ਉਹਨਾਂ ਨੇ ਵੀ ਜਿਹੜਾ B.Ed ਨੂੰ ਬਾਹਰ ਰੱਖਿਆ, ਉਹਨਾਂ ਨੇ ETT ਤੇ ETT ਵਾਲੇ ਕੈਂਡੀਡੇਟਸ ਨੂੰ ਹੀ ਜਿਹੜਾ ਇੱਥੇ ਉਹਨਾਂ ਦਾ ਹੱਕ ਮੰਨਦੇ ਹੋਏ ਹੀ ਅਲੋ ਕੀਤਾ। ਰਾਜਸਥਾਨ ਹਾਈ ਕੋਰਟ ਦੇ ਆਪਾਂ ਤੁਹਾਨੂੰ ਇੱਥੇ ਗੱਲ ਦੱਸ ਦਿੱਤੀ ਹੈ। ਪਟਨਾ ਹਾਈ ਕੋਰਟ ਦੇ ਆਪਾਂ ਤੁਹਾਨੂੰ ਇੱਥੇ ਗੱਲ ਦੱਸ ਦਿੱਤੀ ਹੈ। ਹਿਮਾਚਲ ਦੀ ਆਪਾਂ ਤੁਹਾਨੂੰ ਇੱਥੇ ਗੱਲ ਦੱਸ ਦਿੱਤੀ ਹੈ। ਹਿਮਾਚਲ ਦੇ ਸਿਰਫ ਇੱਕ ਪਲੀ ਲਗਾਈ ਗਈ ਸੀ, ਉਸ 'ਤੇ ਵੀ ਜਿਹੜਾ ਰਿਲੀਫ ਦਿੱਤਾ ਗਿਆ। ਕੋਈ ਕਾਨੂੰਨ ਨਹੀਂ ਹੈ ਲੇਕਿਨ ਰਾਜਸਥਾਨ ਦੇ ਵਿੱਚ ਕਾਨੂੰਨ ਬਣਿਆ। ਕਿਉਂ ਬਣਿਆ? ਪੂਰੇ ਸਬੂਤਾਂ ਦੇ ਨਾਲ ਆਪਾਂ ਤੁਹਾਨੂੰ ਦੱਸਿਆ ਕਿ ਉਹ ਇੱਕ ਪ੍ਰੋਸੀਜਰ ਫੋਲੋ ਨਾ ਕਰਦੇ ਹੋਏ ਜਿਹੜਾ ਉਹ ਰੂਲ ਬਣਾਏ ਗਏ ਸੀ NCT ਵੱਲੋਂ। ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਰਾਜਸਥਾਨ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਆਪਣਾ ਜਿਹੜਾ ਉਹਦੇ ਵਿੱਚ ਪਾਰਟੀ ਬਣਾਇਆ। ਸੋ ਉੱਥੇ ਗਵਰਨਮੈਂਟ ਆਫ ਇੰਡੀਆ ਦੇ ਵੀ ਜਿਹੜੇ ਨੁਮਾਇੰਦੇ ਸੀ ਉਹ ਜਵਾਬਦੇਹ ਸੀ ਅਤੇ ਨਾਲ ਹੀ NCT ਦੇ ਨੁਮਾਇੰਦੇ ਵੀ ਉੱਥੇ ਜਵਾਬਦੇਹ ਸੀ ਅਤੇ ਉਹਨਾਂ ਸਾਰਿਆਂ ਤੋਂ ਜਵਾਬ ਸੁਣਨ ਤੋਂ ਬਾਅਦ ਹੀ ਜਿਹੜਾ ਉੱਥੇ ਇਹ ਆਰਡਰ ਬਣਿਆ। ਸਭ ਤੋਂ ਪਹਿਲਾਂ ਕਿ ਜਿਹੜੇ ਰੂਲਸ ਬਣਾਏ ਗਏ ਉਹਨਾਂ ਨੂੰ ਬਣਾਉਣ ਲਈ ਸਹੀ ਪ੍ਰੋਸੀਜਰ ਫੋਲੋ ਨਹੀਂ ਕੀਤਾ ਗਿਆ। ਸੈਕਿੰਡ ਇਸ ਦੇ ਵਿੱਚ ਕਿ ਕੀ ਕਾਰਨ ਹੈ ਕਿ ਆਪਾਂ ETT ਦੇ ਵਿੱਚ B.Ed ਨੂੰ ਵਿਦ ਬ੍ਰਿਜ ਕੋਰਸ ਜਿਹੜਾ ਉਹ ਅਲੋ ਕੀਤਾ ਜਾਵੇ ਜਦ ਕਿ ETT ਦੇ ਲਈ ਸਪੈਸ਼ਲ ਡਿਜ਼ਾਈਨ ਕੋਰਸ ਕੀਤਾ ਹੈ ਜਿਹੜਾ ਅਵੇਲੇਬਲ ਹੈ। ਉੱਥੋਂ ਦੇ ਟੀਚਰ ਸਪੈਸ਼ਲੀ ਟ੍ਰੇਨ ਟੀਚਰਸ ਉੱਥੇ ਅਵੇਲੇਬਲ ਹੈਗੇ ਹੈ ਤਾਂ ਅਲੱਗ ਤੋਂ ਬ੍ਰਿਜ ਕੋਰਸ ਕਰਵਾ ਕੇ B.Ed ਨੂੰ ਉੱਥੇ ਐਲੀਜੀਬਲ ਕਿਉਂ ਕੀਤਾ ਜਾਵੇ ਜਦ ਕਿ B.Ed ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਕਨਫਾਈਨਡ ਪੂਰਾ ਕੰਪਲੀਟ ਕੋਰਸ ਜਿਹੜਾ ਉਹ ਨਹੀਂ ਬਣਦਾ ਜਿਸ ਦੇ ਨਾਲ B.Ed ਵਾਲੇ ਜਿਹੜੇ ਉਹ ਪਹਿਲੀ ਤੋਂ 5ਵੀਂ ਤੱਕ ਪੜ੍ਹਾਉਣ ਲਈ ਐਲੀਜੀਬਲ ਕੈਂਡੀਡੇਟਸ ਨਹੀਂ ਬਣਦੇ ਹੈਗੇ। ਸੋ ਇਹਨਾਂ ਜਿਹੜੇ ਸਬੂਤਾਂ ਦੇ ਤਹਿਤ ਜਿਹੜਾ ਉੱਥੇ ਇਹ ਜਿਹੜਾ ਰੂਲ ਕੱਢਿਆ ਗਿਆ ਅਤੇ ਉਹ ਜਿਹੜਾ ਆਰਡਰ ਉੱਥੇ ਦਿੱਤਾ ਗਿਆ ਉਹ ਅੱਜ ਪੂਰਾ ਕਾਨੂੰਨ ਬਣ ਚੁੱਕੇ ਕਿ ETT ਤੇ ETT ਵਾਲੇ ਕੈਂਡੀਡੇਟਸ ਜਿਹੜੇ ਉਹ ਲੱਗਣਗੇ। ਪਟਨਾ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਿੱਤਾ ਕਿ ਉੱਥੇ ਵੀ B.Ed ਜਿਹੜੀ ਆ ਆਰਡਰ ਕਰ ਦਿੱਤੀ ਹੈ ਅਤੇ ਜਿਹੜਾ ਜਜਮੈਂਟ ਹੈ ਆਪਾਂ ਤੁਹਾਨੂੰ ਤੁਹਾਡੇ ਸਾਹਮਣੇ ਸ਼ੋਅ ਕਰ ਦਿੱਤਾ ਅਤੇ ਕਿਸ ਆਧਾਰ 'ਤੇ ਕੀਤਾ ਗਿਆ ਉਹ ਵੀ ਆਪਾਂ ਤੁਹਾਨੂੰ ਇੱਥੇ ਦੱਸਿਆ। ਹਾਂਜੀ, ਉਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਇੱਕ ਹੋਰ ਕੇਸ ਦੀ ਜੋ ਕਿ ਸੁਪਰੀਮ ਕੋਰਟ ਦਾ ਇੱਕ ਕੇਸ ਹੈ। ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਇਹ ਸਭ ਤੋਂ ਪਹਿਲਾਂ ਲੱਗਿਆ ਸੀ ਜੀ ਕੇਰਲਾ ਦੇ ਵਿੱਚ। ਸੇਮ ਉੱਥੇ ਇਹੀ ਮੁੱਦਾ ਸੀ ਕਿ ETT ਤੇ B.Ed ਵਾਲਾ ਮੁੱਦਾ ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ, ਲੇਕਿਨ ਉੱਥੇ ਜਿਹੜਾ ਹੈ ਸਭ ਤੋਂ ਪਹਿਲਾਂ ਇਹ ਜਿਹੜਾ ਕੇਸ ਹੈ ਉਹ ਸਿੰਗਲ ਜੱਜ ਦੇ ਪਾਸ ਗਿਆ। ਸਿੰਗਲ ਜੱਜ ਦੇ ਕੋਲ ਜਿਹੜਾ ਹੈ ਬੈਂਚ ਦੇ ਕੋਲ ਇਹ ਜਿਹੜਾ ਕੇਸ ਸੀਗਾ ਗਿਆ ਅਤੇ ਉੱਥੇ ਉਹਨਾਂ ਨੇ ETT ਵਾਲੇ ਕੈਂਡੀਡੇਟਸ ਨੂੰ ਹੀ ਉਹਨਾਂ ਦਾ ਹੱਕਦਾਰ ਮੰਨਿਆ ਅਤੇ B.Ed ਨੂੰ ਉਹਦੇ ਵਿੱਚੋਂ ਆਊਟ ਕੀਤਾ। ਲੇਕਿਨ ਉਸ ਤੋਂ ਬਾਅਦ ਫਿਰ ਇਹ ਕੇਸ ਜਿਹੜਾ ਹੈ ਉਹ ਡਬਲ ਬੈਂਚ ਕੋਲ ਚਲਾ ਗਿਆ ਅਤੇ ਉੱਥੇ ਡਬਲ ਬੈਂਚ ਨੇ ਸਿੰਗਲ ਬੈਂਚ ਦਾ ਜੋ ਪਹਿਲਾਂ ਸਟੇਟਮੈਂਟ ਸੀਗੀ ਉਹਨਾਂ ਦਾ ਜੋ ਜਜਮੈਂਟ ਸੀ ਉਸਨੂੰ ਗਲਤ ਦੱਸਦੇ ਹੋਏ ਉੱਥੇ B.Ed ਨੂੰ ਜਿਹੜਾ ਇਨਕਲੂਡ ਦਾ ਹੁਕਮ ਦਿੱਤਾ ਅਤੇ ਉੱਥੇ ਜਿਹੜੀ ਮੈਰਿਟ ਹੈ ਜੋ ਪਹਿਲਾਂ ETT ਬੇਸ 'ਤੇ ਬਣਨੀ ਸੀ ਉਸਨੂੰ B.Ed ਇਨਕਲੂਡ ਕਰਕੇ ਉਹ ਮੈਰਿਟ ਜਿਹੜੀ ਬਣਾਉਣ ਦੇ ਹੁਕਮ ਦਿੱਤੇ।
ਲੇਕਿਨ ਫਿਰ ਉਹ ਕੇਸ ਜਿਹੜਾ ਸੁਪਰੀਮ ਕੋਰਟ ਚਲਾ ਗਿਆ ਤੇ ਤੁਸੀਂ ਇਹ ਦੇਖ ਸਕਦੇ ਹੋ ਇਹ ਹੈਗਾ ਉਹ ਕੋਰਟ ਕੇਸ ਤੇ ਸੁਪਰੀਮ ਕੋਰਟ ਨੇ ਪੂਰਾ ਕੇਸ ਸੁਣਨ ਤੋਂ ਬਾਅਦ ਉੱਥੇ ਉਸਨੇ ਵੀ ਇਹੀ ਮੰਨਿਆ ਕਿ ਬੀਐਡ ਜਿਹੜਾ ਕੋਰਸ ਹੈ ਉਹ ਐਲੀਜੀਬਲ ਕੋਰਸ ਨਹੀਂ ਹੈਗਾ ਪ੍ਰਾਇਮਰੀ ਕਲਾਸਿਸ ਤੇ ਲੱਗਣ ਲਈ। ਸੋ ਬੀਐਡ ਵਾਲੇ ਕੈਂਡੀਡੇਟਸ ਜਿਹੜੇ ਇੱਥੇ ਐਲੀਜੀਬਲ ਨਹੀਂ, ਇੱਥੇ ਈਟੀਟੀ ਦੇ ਜਿਹੜੇ ਕੈਂਡੀਡੇਟਸ ਆ ਉਹੀ ਐਲੀਜੀਬਲ ਹੋਣਗੇ। ਤੁਸੀਂ ਦੇਖ ਸਕਦੇ ਹੋ ਜਜਮੈਂਟ ਦੀ ਥੀਸ ਅਪੀਲਸ have been preferred by the candidates seeking recruitment to the post of lower primary or upper primary teachers in the government schools of the state of Kerala. They questioned their non-selection to the post due to inclusion of B.Ed candidates in the select list prepared by the Public Service Commission of the state of Kerala. ਸੋ ਉਹਨਾਂ ਦਾ ETT ਵਾਲੇ ਨੇ ਅਪੀਲ ਲਗਾਈ ਸੀ ਕਿਉਂਕਿ B.Ed ਵਾਲੇ ਕੈਂਡੀਡੇਟਸ ਨੂੰ ਇਨਕਲੂਡ ਕੀਤਾ ਗਿਆ ਮੈਰਿਟ ਲਿਸਟ ਦੇ ਵਿੱਚ, ਇਸ ਕਰਕੇ ਉਹਨਾਂ ਦਾ ਆਪਣਾ ETT ਕੈਂਡੀਡੇਟਸ ਨੂੰ ਉੱਥੇ ਜਿਹੜੀ ਹੈ ਉਹ ਸੀਟ ਨਹੀਂ ਮਿਲ ਪਾਈ। ਸੋ ਦੇਅਰ ਕੰਟੈਂਸ਼ਨ ਬਿਫੋਰ ਦ ਹਾਈ ਕੋਰਟ ਵਾਜ਼ that in the advertisement issued for the recruitment to the post of the teachers in government primary schools, B.Ed is not the prescribed qualification and only candidates with the prescribed qualification, education qualifications of teacher training certificate shortly referred to as TTC, ਉੱਥੇ TTC ਬੋਲਿਆ ਜਾਂਦਾ ਹੈ, were entitled to compete for the selection and seek appointment. ਸੋ ਉਹਨਾਂ ਨੇ ਬੋਲਿਆ ਕਿ ਇੱਥੇ ਇਹਦੇ ਵਿੱਚ ਜੋ ETT ਵਾਲੇ ਕੈਂਡੀਡੇਟਸ ਹੈ ਉਹੀ ਇਹਦੇ ਐਲੀਜੀਬਲ ਹੈ, ਜੋ B.Ed ਵਾਲੇ ਕੈਂਡੀਡੇਟਸ ਹੈ ਉਹਨਾਂ ਪਾਸ ਪ੍ਰਿਸਕ੍ਰਾਈਬਡ ਕੁਆਲੀਫਿਕੇਸ਼ਨ ਨਹੀਂ ਹੈ ਤੇ ਐਡਵਰਟੀਜ਼ਮੈਂਟ ਦੇ ਵਿੱਚ ਜਿਹਨਾਂ ਕੋਲ ਪ੍ਰਿਸਕ੍ਰਾਈਬਡ ਕੁਆਲੀਫਿਕੇਸ਼ਨ ਹੈ ਉਹੀ ਇੱਥੇ ਜਿਹੜੇ ਲੱਗ ਸਕਦੇ ਨੇ। ਸੋ ਲਰਨ ਸਿੰਗਲ ਜੱਜ ਆਫ ਹਾਈ ਕੋਰਟ ਆਫ ਕੇਰਲਾ, ਇਹ ਪੂਰਾ ਪਹਿਲਾਂ ਸਿੰਗਲ ਜੱਜ ਦਾ ਦੱਸਿਆ ਹੋਇਆ, ਫਿਰ ਡਬਲ ਬੈਂਚ ਦਾ ਇਹਦੇ ਵਿੱਚ ਦੱਸਿਆ ਹੋਇਆ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਸੁਪਰੀਮ ਕੋਰਟ ਜਿਹੜਾ ਉਹਨਾਂ ਨੇ ਕੀ ਕਿਹਾ ਉਹ ਵੀ ਦੇਖ ਸਕਦੇ ਹੋ। ਤੁਸੀਂ ਇੱਥੇ ਦੇਖ ਸਕਦੇ ਹੋ ਵੀ ਹੈਵ ਹੈਲਡ ਦੈਟ impugn judgment of the division bench is liable to set aside and that of the single judge maintained। तो ਸੁਪਰੀਮ ਕੋਰਟ ਨੇ ਜੋ ਸਿੰਗਲ ਜੱਜ ਦਾ ਫੈਸਲਾ ਸੀ ਉਸਨੂੰ ਹੀ ਮੰਨਿਆ, ਉਸ ਨਾਲ ਸਹਿਮਤ ਹੋਏ ਕਿ ਜੋ ETT ਵਾਲੇ ਕੈਂਡੀਡੇਟਸ ਹੈ ਉਹੀ ਐਲੀਜੀਬਲ ਹੈ ETT ਦੇ ਪੋਸਟਾਂ ਦੇ ਲਈ ਤੇ B.Ed ਵਾਲੇ ਕੈਂਡੀਡੇਟਸ ਐਲੀਜੀਬਲ ਨਹੀਂ। ਹੈਵਿੰਗ ਦਸ ਰੀਚਡ ਅ ਕਨਕਲੂਜਨ ਇਨ ਫੇਵਰ ਆਫ ਪ੍ਰੈਜ਼ੈਂਟ ਅਪੀਲੈਂਟਸ ਹੂ ਆਰ TTC ਕੈਂਡੀਡੇਟਸ, ਤਾਂ TTC ਯਾਨੀ ਕਿ ETT ਵਾਲੇ ਕੈਂਡੀਡੇਟਸ ਦੇ ਹੱਕ ਦੇ ਵਿੱਚ ਇਹ ਫੈਸਲਾ ਗਿਆ। ਸੋ ਪੂਰਾ ਤੁਸੀਂ ਇਸ ਨੂੰ ਡਿਟੇਲ ਦੇ ਵਿੱਚ ਪੜ੍ਹ ਸਕਦੇ ਹੋ। ਸੋ ਇਹਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਵੀ ਇਹੀ ਮੰਨਿਆ ਜੀ ਕਿ ਉਹ ਸਿੰਗਲ ਜੱਜ ਦਾ ਜੋ ਫੈਸਲਾ ਸੀ ਉਸ ਦੇ ਨਾਲ ਸਹਿਮਤ ਸੀ ਤੇ ETT ਦੇ ਉੱਤੇ ETT ਪੋਸਟਾਂ ਦੇ ਲਈ ETT ਵਾਲੇ ਕੈਂਡੀਡੇਟਸ ਨੂੰ ਹੀ ਉਹਨਾਂ ਨੇ ਜਿਹੜਾ ਹੱਕਦਾਰ ਮੰਨਿਆ ਤੇ B.Ed ਵਾਲੇ ਕੈਂਡੀਡੇਟਸ ਨੂੰ ਉੱਥੇ ਅਲਾਉ ਨਹੀਂ ਕੀਤਾ। ਸੋ ਸੁਪਰੀਮ ਕੋਰਟ ਦੇ ਵਿੱਚ ਵੀ ਕੇਰਲਾ ਸਟੇਟ ਦਾ ਇਹ ਕੇਸ ਜਿਹੜਾ ਗਿਆ ਸੀ ਤੇ ਸੁਪਰੀਮ ਕੋਰਟ ਦਾ ਵੀ ਫੈਸਲਾ ETT ਦੇ ਹੱਕ ਦੇ ਵਿੱਚ ਹੀ ਆਇਆ ਸੀ। ਸੋ ਅਲੱਗ-ਅਲੱਗ ਸਟੇਟ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਹੋਏ, ਸੁਪਰੀਮ ਕੋਰਟ ਦਾ ਕੀ ਫੈਸਲਾ ਸੀ ਉਸ ਦੇ ਬਾਰੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਇਸ ਦੇ ਵਿੱਚ ਦੱਸਿਆ। ਸੋ ਇਸ ਦਾ ਆਪਣੇ 6635 ਤੇ ਕੀ ਅਸਰ ਪੈ ਸਕਦਾ ਹੈ ਕਿ 6635 ਦੇ ਵਿੱਚ ਹੁਣ ਜੋ ਹੈ ਆਪਣੀ ਕੋਰਟ ਨੇ, ਮਾਨਯੋਗ ਹਾਈ ਕੋਰਟ ਨੇ, ਉਹਨਾਂ ਨੇ NCT ਵੱਲੋਂ ਜਵਾਬ ਮੰਗੇ ਕਿ ਜੋ ਰਾਜਸਥਾਨ ਨੇ ਇਸ ਚੀਜ਼ ਨੂੰ ਮੰਨਿਆ ਹੈ ਕਿ NCT ਦੇ ਜੋ ਰੂਲਸ ਬਣਾਉਣ ਦੇ ਵਿੱਚ ਜਿਹੜੇ ਪ੍ਰੋਸੀਜਰ ਹੈ ਉਹ ਫੋਲੋ ਨਹੀਂ ਹੋਇਆ ਤੇ ਉਹਨਾਂ ਨੇ ਰੂਲਸ ਨੂੰ ਜਿਹੜਾ ਉੱਤੇ ਕੰਸੀਡਰ ਨਹੀਂ ਕੀਤਾ, ਕੀ ਸਟੇਟ ਇਸ ਤਰ੍ਹਾਂ ਕਰ ਸਕਦੀ ਹੈ। ਉਹਦਾ ਜਵਾਬ ਦੀ ਵੇਟ ਜਿਹੜੀ ਚੱਲ ਰਹੀ ਹੈ ਤੇ ਨੈਕਸਟ ਡੇਟ ਜਿਹੜੀ ਹੈ 20 ਜਨਵਰੀ ਪੈ ਚੁੱਕੀ ਹੈ। ਸੋ ਅਗਰ ਤਾਂ ਹੁਣ ਜਿਹੜੀ ਨੈਕਸਟ NCT ਵੱਲੋਂ ਜੋ ਜਵਾਬ ਆਉਂਦਾ ਹੈ ਉਹ ਇਹੀ ਆਉਂਦਾ ਹੈ ਕਿ ਹਾਂ ETT ਵਾਲੇ ਕੈਂਡੀਡੇਟਸ ਜੋ ਰਾਜਸਥਾਨ ਦੇ ਵਿੱਚ ਜੋ ਆਰਡਰ ਆਇਆ ਉਹ ਬਿਲਕੁਲ ਸਹੀ ਆ ਔਰ ਇਸ ਤਰ੍ਹਾਂ ਸਟੇਟਸ ਕਰ ਸਕਦੀਆਂ ਨੇ, ਤਾਂ ਉਹ ਜਿਹੜਾ ETT ਦੇ ਹੱਕ ਦੇ ਵਿੱਚ ਇਹ ਫੈਸਲਾ ਚੱਲ ਜਾਏਗਾ ਤੇ ਉਮੀਦ ਹੈ 20 ਜਨਵਰੀ ਨੂੰ ਹੀ ਇਸ ਦਾ ਫੈਸਲਾ ਹੋ ਜਾਏ। ਲੇਕਿਨ ਇਸ ਤਰ੍ਹਾਂ ਅਗਰ ਨਹੀਂ ਹੁੰਦਾ ਤਾਂ NCT ਦੇ ਕੋਲ ਸਿਰਫ ਇੱਕ ਹੀ ਜਿਹੜਾ ਇਸ ਦੇ ਵਿੱਚ ਰਸਤਾ ਰਹਿ ਜਾਂਦਾ ਹੈ ਕਿ ਉਹ ਸੁਪਰੀਮ ਕੋਰਟ ਜਾ ਸਕਦੀ ਹੈ, ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹ ਪਲੀ ਲਗਾ ਸਕਦੀ ਹੈ, ਐਪਲੀਕੇਸ਼ਨ ਲਗਾ ਸਕਦੀ ਹੈ। ਲੇਕਿਨ ਅਗਰ ਉਹ ਸੁਪਰੀਮ ਕੋਰਟ ਦੇ ਕੋਲ ਵੀ ਜਾਂਦੀ ਹੈ ਤਾਂ ਥੋੜਾ ਬਹੁਤ ਟਾਈਮ ਜ਼ਰੂਰ ਹੋਰ ਜਾ ਸਕਦਾ ਹੈ ਕਿਉਂਕਿ ਕੋਰਟ ਕੇਸਿਸ ਦੇ ਵਿੱਚ ਥੋੜਾ ਟਾਈਮ ਚਲਾ ਜਾਂਦਾ ਹੈ। ਲੇਕਿਨ ਸੁਪਰੀਮ ਕੋਰਟ ਦਾ ਵੀ ਆਪਾਂ ਇੱਕ ਫੈਸਲਾ ਦੇਖ ਹੀ ਚੁੱਕੇ ਇੱਕ ਕੇਸ ਦੇ ਵਿੱਚ ਕਿ ਕੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ, ਤਾਂ ਪੂਰੀ ਉਮੀਦ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਵੀ NCT ਦੀ ਇਸ ਪਲੀ ਤੇ ਜਿਹੜਾ ਫੈਸਲਾ ਉਹ ETT ਦੇ ਹੱਕ ਦੇ ਵਿੱਚ ਹੀ ਦੇਗੀ। ਸੋ 6635 ਤੇ ਇਹ ਅਸਰ ਹੈ ਕਿ ਇਹਨਾਂ ਸਾਰੇ ਕੋਰਟ ਕੇਸਿਸ ਦੇ ਜੋ ਡਿਸੀਜਨਸ ਆਏ ਨੇ, ਸਾਰੇ ਡਿਸੀਜਨ ਦੇ ਜੋ ਆਧਾਰ ਸੀਗੇ ਉਹਨਾਂ ਸਾਰੇ ਆਧਾਰ ਨੂੰ RTI ਦੇ ਥਰੂ ਲਿੱਤੇ ਹੋਏ ਸਬੂਤਾਂ ਨੂੰ ਪਲੱਸ ਇਹਨਾਂ ਡਿਸੀਜਨਾਂ ਨੂੰ ਡਾਕੂਮੈਂਟ ਦੇ ਥਰੂ ਇੱਕ ਪ੍ਰੂਫ ਦੇ ਥਰੂ ਜਿਹੜਾ ਆਪਾਂ ਆਪਣੇ ਕੋਰਟ ਕੇਸ ਦੇ ਨਾਲ ਲਗਾ ਕੇ ਆਪਣੇ ਕੋਰਟ ਕੇਸ ਨੂੰ ਹੋਰ ਮਜ਼ਬੂਤ ਕਰਕੇ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹੋ ਔਰ 6635 ਦਾ ਜਿਹੜਾ ਕੋਰਟ ਕੇਸ ਹੈ ਹੋਰ ਵੀ ਜ਼ਿਆਦਾ ਮਜ਼ਬੂਤ ਹੋਏਗਾ, ਜਿਸ ਦੇ ਨਾਲ ਜਲਦੀ ਹੀ ਇਸਦਾ ਫੈਸਲਾ ਵੀ ਜਿਹੜਾ ਉਹ ਆ ਜਾਏਗਾ। ਉਮੀਦ ਹੈ 20 ਜਨਵਰੀ ਨੂੰ ਇਸਦਾ ਫੈਸਲਾ ਹੋ ਜਾਵੇ। ਲੇਕਿਨ ਅਗਰ ਇਸ ਦੇ ਵਿੱਚ ਇੱਕ ਪੁਆਇੰਟ ਜਿਹੜਾ ਸਿਰਫ ਇੱਕੋ ਇੱਕ ਪੁਆਇੰਟ ਰਹਿੰਦਾ ਹੈ ਕਿ ਅਗਰ NCT ਚਾਹੇ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਸਕਦੀ ਹੈ, ਲੇਕਿਨ ਅਗਰ ਉਹ ਸੁਪਰੀਮ ਕੋਰਟ ਦੇ ਕੋਲ ਜਾਂਦੀ ਵੀ ਹੈ ਆਪਣਾ ਪੁਆਇੰਟ ਲੈ ਕੇ, ਤਾਂ ਵੀ ਜਿਹੜਾ ਉੱਥੇ ਇਹ ਚੀਜ਼ ਹੈ ਕਿ ਉਹਨਾਂ ਦੇ ਜਿਹੜੇ ਰੂਲਸ ਬਣਾਏ ਸੀ ਉਹਨਾਂ ਨੂੰ ਬਣਾਉਣ ਲਈ ਸਹੀ ਪ੍ਰੋਸੀਜਰ ਫੋਲੋ ਨਹੀਂ ਹੋਇਆ। ਦੂਸਰਾ, ਉਹਨਾਂ ਰੂਲਸ ਬਣਾਉਣ ਦਾ ਕੋਈ ਵੀ ਕਾਰਨ ਅੱਜ ਅਵੇਲੇਬਲ ਨਹੀਂ ਹੈ। ਤੀਸਰਾ, ਇੱਕ ਕੇਸ ਆਪਾਂ ਇੱਥੇ ਸ਼ੋਅ ਕਰ ਦਿੱਤਾ, ਇਸ ਦੇ ਵਿੱਚ ਸੁਪਰੀਮ ਕੋਰਟ ਨੇ ਖੁਦ ETT ਦੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਹੈ। ਸੋ ਸਾਰੇ ਜਿਹੜੇ ਪੁਆਇੰਟਸ ਹੈ ਉਹ ETT ਦੇ ਹੱਕ ਦੇ ਵਿੱਚ ਹੀ ਜਾਂਦੇ ਹੈ। ਜਾਂ ਤਾਂ ਫੈਸਲਾ ਜਿਹੜਾ ਹੈ ਉਹ 20 ਜਨਵਰੀ ਨੂੰ ਆ ਜਾਏਗਾ, ਅਗਰ NCT ਸੁਪਰੀਮ ਕੋਰਟ ਮੂਵ ਕਰਦੀ ਹੈ ਟਾਈਮ ਥੋੜਾ ਲੱਗ ਸਕਦਾ ਹੈ, ਲੇਕਿਨ ਫੈਸਲਾ ਫਿਰ ਵੀ ETT ਦੇ ਹੱਕ ਦੇ ਵਿੱਚ ਆਉਣ ਦੇ ਹੀ ਚਾਂਸਿਸ ਨੇ। ਸੋ ਪੂਰੀ ਜਿਹੜੀ ਕਹਾਣੀ ਸੀ, ਪੂਰੀ ਗੱਲ ਸੀ, ਆਪਾਂ ਤੁਹਾਨੂੰ ਸਮਝਾ ਦਿੱਤੀ ਹੈ ਸਾਰੇ ਕੋਰਟ ਕੇਸਿਸ ਦੀ। 6635 ਤੇ ਇਸਦਾ ਕੀ ਅਸਰ ਹੋ ਸਕਦਾ ਹੈ, ਕਿਸ ਤਰ੍ਹਾਂ ਆਪਾਂ ਇਹਨਾਂ ਸਾਰੇ ਪੁਆਇੰਟਸ ਨੂੰ ਮਜ਼ਬੂਤ ਕਰ ਸਕਦੇ ਹਾਂ। RTI ਦੇ ਥਰੂ ਸਬੂਤ ਇਕੱਠੇ ਕੀਤੇ ਹੋਏ ਰਾਜਸਥਾਨ ਨੇ ਔਰ ਆਪਣੀ ਜਿਹੜੀ ਯੂਨੀਅਨ ਹੈ ਜਾਂ ਵਕੀਲ ਆ ਉਹ ਵੀ ਇਕੱਠੇ ਕਰ ਸਕਦੇ ਨੇ। ਅੱਗੇ ਕੀ ਹੋ ਸਕਦਾ ਹੈ, ਕਿਸ ਤਰ੍ਹਾਂ ਜਿਹੜਾ NCT ਅੱਗੇ ਮੂਵ ਲੈ ਸਕਦਾ ਹੈ ਜਾਂ ਨਹੀਂ ਲੈ ਸਕਦਾ, ਉਸ ਦੇ ਬਾਰੇ ਵੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਗੱਲ ਕੀਤੀ। ਸੋ ਆਈ ਹੋਪ ਜਿਹੜੇ ਹੁਣ ਪੁਆਇੰਟ ਹੈਗੇ 6635 ਦੇ ਕੋਰਟ ਕੇਸ ਦੇ ਰਿਗਾਰਡਿੰਗ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਨਫੋਰਮੇਸ਼ਨਲ ਵੀਡੀਓ ਸਭ ਤੱਕ ਪਹੁੰਚ ਸਕੇ, ਸਾਰਿਆਂ ਨੂੰ ਇਸ ਕੋਰਟ ਕੇਸਿਸ ਦੇ ਬਾਰੇ ਪਤਾ ਚੱਲ ਸਕੇ।
ਬਾਕੀ ਲਾਸਟ ਦੇ ਵਿੱਚ ਉਹੀ ਜਿਸ ਤਰ੍ਹਾਂ ਕਿਸਾਨ ਮੋਰਚੇ ਦੀ ਜਿਹੜੀ ਇੱਕ ਲਾਈਨ ਸੀਗੀ, ਇੱਕ ਨਾਅਰਾ ਸੀਗਾ, ਜਿਸ ਦੇ ਨਾਲ ਉਹਨਾਂ ਦੀ ਜਿੱਤ ਪੱਕੀ ਹੋਈ ਹੈ ਕਿ ਜਿੱਤ ਸਾਡੀ ਪੱਕੀ ਹੈ, ਲੇਕਿਨ ਐਲਾਨ ਬਾਕੀ ਹੈ। ਸੋ ਈਟੀਟੀ ਵਾਲਿਆਂ ਦੀ ਵੀ ਜਿੱਤ ਪੱਕੀ ਹੈ, ਐਲਾਨ ਬਾਕੀ ਹੈ। ਸਭ ਨੂੰ ਉਹਨਾਂ ਦੇ ਬਣਦੇ ਹੱਕ ਮਿਲਣਗੇ ਈਟੀਟੀ ਦੀ ਪੋਸਟਾਂ 'ਤੇ। ਅਗਰ ਈਟੀਟੀ ਵਾਲੇ ਕੈਂਡੀਡੇਟਸ ਲੱਗਣਗੇ ਤਾਂ ਬੀਐਡ ਵਾਲੇ ਕੈਂਡੀਡੇਟਸ ਵੱਧ ਤੋਂ ਵੱਧ ਬੀਐਡ ਯੂਨੀਅਨ ਦਾ ਸਾਥ ਦੇ ਕੇ ਬੀਐਡ ਦੀਆਂ ਪੋਸਟਾਂ ਆਊਟ ਕਰਾਉਣ ਦੇ ਵਿੱਚ ਉਹ ਜਿਹੜਾ ਉਹ ਮੰਗ ਕਰਨਗੇ। ਮਨੀਸ਼ ਫਾਜ਼ਿਲਕਾ ਜੋ ਟੈਂਕੀ 'ਤੇ ਕਾਫੀ ਦਿਨਾਂ ਤੋਂ ਬੈਠੇ ਹੈ, ਉਹਨਾਂ ਦਾ ਸਾਥ ਦੇਣਗੇ ਅਤੇ ਬੀਐਡ ਦੀਆਂ ਪੋਸਟਾਂ ਵੱਧ ਤੋਂ ਵੱਧ ਮੰਗਣਗੇ, ਜਿਸ ਨਾਲ ਸਰਕਾਰ ਨੂੰ ਹਰ ਹਾਲ ਦੇ ਵਿੱਚ ਵੱਧ ਗਿਣਤੀ ਦੇ ਵਿੱਚ ਬੀਐਡ ਦੀਆਂ ਪੋਸਟਾਂ ਆਊਟ ਕਰਨੀਆਂ ਹੀ ਪੈਣਗੀਆਂ, ਕਿਉਂਕਿ ਬੀਐਡ ਕੋਲ ਫਿਰ ਬੀਐਡ ਦੀਆਂ ਪੋਸਟਾਂ 'ਤੇ ਲੱਗਣ ਦਾ ਰਾਹ ਰਹੇਗਾ ਅਤੇ ਉਹ ਹਰ ਹਾਲ ਦੇ ਵਿੱਚ ਬੀਐਡ ਦੀਆਂ ਪੋਸਟਾਂ ਦੀ ਹੀ ਮੰਗ ਕਰੇਗੀ ਔਰ ਬੀਐਡ ਦੀਆਂ ਪੋਸਟਾਂ ਆਊਟ ਕਰਨੀਆਂ ਹੀ ਪੈਣਗੀਆਂ ਸਰਕਾਰ ਨੂੰ। ਸੋ ਇਸ ਚੀਜ਼ ਦੇ ਨਾਲ ਦੋਨਾਂ ਨੂੰ ਹੀ ਈਟੀਟੀ ਔਰ ਬੀਐਡ ਦੋਨਾਂ ਨੂੰ ਉਹਨਾਂ ਦੇ ਹੱਕ ਮਿਲਣਗੇ। ਸੋ ਉਮੀਦ ਹੈ ਇਸ ਦਾ ਫੈਸਲਾ ਜਲਦੀ ਹੋਏਗਾ ਅਤੇ ਸਰਕਾਰ ਨੂੰ ਦੋਨਾਂ ਹੀ ਧਿਰਾਂ ਨੂੰ ਉਹਨਾਂ ਦੇ ਹੱਕ ਜਿਹੜੇ ਆ ਦੇਣੇ ਹੀ ਪੈਣਗੇ। ਸੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਸਕੇ। ਬਾਕੀ ਆਈ ਹੋਪ ਇਨਫੋਰਮੇਸ਼ਨ ਤੁਹਾਡੇ ਲਈ ਯੂਜ਼ਫੁਲ ਰਹੀ ਹੋਏਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਤਰ੍ਹਾਂ ਦੀ ਯੂਜ਼ਫੁਲ ਇਨਫੋਰਮੇਸ਼ਨ ਪਾਉਣ ਲਈ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ 'ਤੇ ਜ਼ਰੂਰ ਕਲਿੱਕ ਕਰੋ ਕਿ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।